ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਗੁਰਮਤਿ ਕਾਵਿ ਦੇ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਕਾਵਿ ਰਚਨਾ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਗੁਰਮਤਿ ਕਾਵਿ ਕੀ ਹੈ। ਗੁਰਮਤਿ ਕਾਵਿ ਧਾਰਾ ਗੁਰੂ ਕਾਲ ਜਾਂ ਮੁਗਲ ਕਾਲ 1501 ਈਸਵੀ ਤੋਂ 1700 ਈਸਵੀ ਤੱਕ ਦੀ ਪ੍ਰਮੁੱਖ ਕਾਵਿ ਧਾਰਾ ਹੈ। ਇਸ ਕਾਵਿ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੀ ਰਚਨਾ ਨਾਲ ਹੁੰਦਾ ਹੈ ਅਤੇ 1700 ਈਸਵੀ ਤੱਕ ਅਰਥਾਤ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਜੀਵਨ ਨਾਲ ਇਹ ਸਿਖਰ ਉੱਤੇ ਪੁੱਜਦੀ ਹੈ। ਇਹੋ ਕਾਲ ਹੀ ਮੁਗਲ ਰਾਜ ਦੀ ਚੜ੍ਹਦੀ ਕਲਾ ਦਾ ਕਾਲ ਸੀ ਅਤੇ ਇਸ ਤੋਂ ਮਗਰੋਂ ਉਸ ਦਾ ਪਤਨ ਆਰੰਭ ਹੋ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਹਿਲੇ 4 ਗੁਰੂ ਸਾਹਿਬਾਨ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਬਹੁਤ ਕੁਝ ਕੀਤਾ, ਪਰ ਜੋ ਕੰਮ ਅਤੇ ਸੇਵਾ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਵਿਕਾਸ ਲਈ ਕੀਤੀ, ਉਸ ਦੀ ਕੋਈ ਉਦਾਹਰਨ ਨਹੀਂ ਮਿਲਦੀ। ਉਹਨਾਂ ਨੂੰ ਪਤਾ ਸੀ ਕਿ ਸਮਾਜ ਅਤੇ ਧਰਮ ਦੀ ਉੱਨਤੀ ਲਈ ਪਵਿੱਤਰ ਅਤੇ ਸੁਤੰਤਰ ਸੰਸਥਾਵਾਂ ਦੀ ਲੋੜ ਹੈ, ਸੋ ਉਹਨਾਂ ਨੇ ਸਮਾਜ ਅਤੇ ਧਰਮ ਨੂੰ ਉਹ ਸੰਸਥਾਵਾਂ ਦਿੱਤੀਆਂ ਜਿਨ੍ਹਾਂ ਨੇ ਸਮਾਜ ਦਾ ਰੂਪ ਹੀ ਬਦਲ ਕੇ ਰੱਖ ਦਿੱਤਾ। ਉਹਨਾਂ ਨੇ ਸਿੱਖਾਂ ਨੂੰ ਇੱਕ ਲੜੀ ਵਿੱਚ ਪਰੋਣ ਲਈ ਸ਼੍ਰੀ ਹਰਿਮੰਦਰ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਬੀੜ ਆਦਿ ਦਿੱਤੇ। ਇਹਨਾਂ ਸੰਸਥਾਵਾਂ ਨਾਲ ਸਿੱਖਾਂ ਵਿੱਚ ਭਾਵੁਕ ਏਕਤਾ ਆ ਗਈ ਸੀ। ਸਿੱਖ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਆਖਣ ਲੱਗ ਪਏ ਸਨ। ਉਹਨਾਂ ਨੇ ਦਰਬਾਰ ਦੀ ਸੱਜ ਧੱਜ ਵਧਾਈ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਖਸੀਅਤ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ, ਫਿਰ ਆਈ ਘਰ ਅਰਜਣੇ ਪੁੱਤ ਸੰਸਾਰੀ ਗੁਰੂ ਕਹਾਵੈ, ਜਾਣ ਨ ਦੇਸਾਂ ਸੋਢਿਓ ਹੋਰਸ ਅਜਰ ਨ ਜਰਿਆ ਜਾਵੇ, ਕਰ ਹੀ ਸੀ ਵਥ ਘਰੇ ਰਹਾਵੇ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਦੇ ਘਰ ਹੋਇਆ। ਆਪ ਜੀ ਦੀ ਮਾਤਾ ਦਾ ਨਾਮ ਬੀਬੀ ਭਾਨੀ ਸੀ। ਆਪ ਆਪਣੇ ਮਾਤਾ ਪਿਤਾ ਦੇ ਤੀਜੇ ਅਤੇ ਸਭ ਤੋਂ ਛੋਟੇ ਪੁੱਤਰ ਸਨ। ਆਪ ਦੇ ਸਭ ਤੋਂ ਵੱਡੇ ਭਰਾ ਦਾ ਨਾਮ ਪ੍ਰਿਥੀ ਚੰਦ ਅਤੇ ਛੋਟੇ ਦਾ ਨਾਮ ਮਹਾਦੇਵ ਸੀ। ਬਚਪਨ ਤੋਂ ਹੀ ਅਰਜਨ ਦੇਵ ਜੀ ਬਹੁਤ ਗੰਭੀਰ, ਹੋਣਹਾਰ, ਇਮਾਨਦਾਰ, ਇਕਾਂਤ ਪਸੰਦ ਅਤੇ ਨਿਮਰਤਾ ਦੀ ਮੂਰਤ ਸਨ। ਉਹਨਾਂ ਦੇ ਨਾਨਾ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਪਿਆਰ ਕਰਦੇ ਸਨ। ਉਹਨਾਂ ਪਛਾਣ ਲਿਆ ਸੀ ਕਿ ਅਰਜਨ ਦੇਵ ਅੰਦਰ ਵੱਡਾ ਪੁਰਖ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਹਨ। ਇੱਕ ਵਾਰੀ ਗੁਰੂ ਅਰਜਨ ਦੇਵ ਜੀ ਛੋਟੀ ਉਮਰ ਵਿੱਚ ਰਿੜ੍ਹਦੇ ਰਿੜ੍ਹਦੇ ਗੁਰੂ ਅਮਰਦਾਸ ਜੀ ਦੀ ਗੋਦੀ ਵਿੱਚ ਜਾ ਬੈਠੇ ਸਨ ਤਾਂ ਗੁਰੂ ਅਮਰਦਾਸ ਜੀ ਨੇ ਵਰ ਦਿੱਤਾ ਸੀ ਕਿ ਦੋਹਿਤਾ ਬਾਣੀ ਕਾ ਬੋਹਿਥਾ। ਇਹ ਇੱਕ ਭਵਿੱਖਤ ਬਾਣੀ ਸੀ ਕਿ ਅਰਜਨ ਦੇਵ ਬਾਣੀ ਰਚਣਗੇ, ਇਕੱਠੀ ਕਰਨਗੇ ਅਤੇ ਉਹਨਾਂ ਦੀ ਸੰਪਾਦਨਾ ਵੀ ਕਰਨਗੇ। ਇਸ ਤਰ੍ਹਾਂ ਆਪ ਦਾ ਸਾਰਾ ਬਚਪਨ ਸਿੱਖ ਧਰਮ ਦੇ ਵਾਤਾਵਰਣ ਵਿੱਚੋਂ ਲੰਘਿਆ। ਸ਼ੁਰੂ ਤੋਂ ਹੀ ਆਪ ਨਿਮਰਤਾ, ਗੁਰੂ ਭਗਤੀ
ਅਥਾਹ ਸ਼ਰਧਾ, ਕੁਰਬਾਨੀ ਅਤੇ ਸੇਵਾ ਦੇ ਗੁਣਾਂ ਨਾਲ ਭਰਪੂਰ ਸਨ। ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਆਪ ਦੇ ਇਹ ਸਾਰੇ ਗੁਣ ਹੋਰ ਵੀ ਉਘੜ ਪਏ ਸਨ। ਜਵਾਨ ਹੋਣ 'ਤੇ ਆਪ ਦਾ ਵਿਆਹ ਮਿਉਂ ਪਿੰਡ ਦੇ ਵਸਨੀਕ ਕ੍ਰਿਸ਼ਨ ਚੰਦ ਦੀ ਸਪੁੱਤਰੀ ਬੀਬੀ ਗੰਗਾ ਦੇਵੀ ਨਾਲ ਕਰ ਦਿੱਤਾ ਗਿਆ ਸੀ। ਕਈਆਂ ਸਾਲਾਂ ਪਿੱਛੋਂ ਆਪ ਦੇ ਘਰ 1595 ਈਸਵੀ ਨੂੰ ਪੁੱਤਰ ਦਾ ਜਨਮ ਹੋਇਆ, ਜਿਸ ਦਾ ਨਾਮ ਹਰਗੋਬਿੰਦ ਰੱਖਿਆ ਗਿਆ। ਗੁਰੂ ਰਾਮਦਾਸ ਜੀ ਦੇ 3 ਪੁੱਤਰ ਸਨ। ਗੁਰੂ ਅਰਜਨ ਦੇਵ ਜੀ ਸਭ ਤੋਂ ਛੋਟੇ ਸਨ। ਪ੍ਰਿਥੀਆ ਸਭ ਤੋਂ ਵੱਡਾ ਸੀ। ਕੰਮ ਕਰਨ ਵਿੱਚ ਕਾਫੀ ਚਤੁਰ ਸੀ, ਪਰ ਉਸ ਦੀ ਨੀਅਤ ਵਿੱਚ ਬੇਈਮਾਨੀ, ਛਲ ਤੇ ਕਪਟ ਭਰਿਆ ਹੋਇਆ ਸੀ। ਗੁਰੂ ਰਾਮਦਾਸ ਜੀ ਪ੍ਰਿਥੀਏ ਨੂੰ ਗੱਦੀ ਦੇ ਯੋਗ ਨਹੀਂ ਸੀ ਸਮਝਦੇ। ਉਹਨਾਂ ਦਾ ਦੂਜਾ ਪੁੱਤਰ ਮਹਾਦੇਵ ਸੰਸਾਰੀ ਵਿਅਕਤੀ ਨਹੀਂ ਸੀ। ਗੁਰੂ ਅਰਜਨ ਦੇਵ ਪੂਰੀ ਤਰ੍ਹਾਂ ਗੁਰੂ ਭਗਤੀ ਤੇ ਸ਼ਰਧਾ ਨਾਲ ਭਰਪੂਰ ਸਨ। ਸੇਵਾ ਭਾਵ ਅਤੇ ਨਿਮਰਤਾ ਉਹਨਾਂ ਦੇ ਸੁਭਾਅ ਦਾ ਪ੍ਰਮੁੱਖ ਗੁਣ ਸੀ। ਉਹ ਆਪਣੇ ਸੇਵਾ ਭਾਵ ਨਾਲ ਗੁਰੂ ਰਾਮਦਾਸ ਦੇ ਬਹੁਤ ਨੇੜੇ ਪਹੁੰਚ ਗਏ ਸਨ। ਉਹਨਾਂ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪਣ ਦਾ ਫੈਸਲਾ ਕਰ ਲਿਆ ਸੀ। ਚੱਲੀ ਆ ਰਹੀ ਰੀਤੀ ਅਨੁਸਾਰ ਗੁਰੂ ਰਾਮਦਾਸ ਨੇ 5 ਪੈਸੇ ਅਤੇ ਨਾਰੀਅਲ ਰੱਖ ਕੇ ਗੁਰਗੱਦੀ ਸੌਂਪ ਦਿੱਤੀ। ਭਾਈ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਮੱਥੇ ਨੂੰ ਇਸ ਅਵਸਰ ਉੱਤੇ ਟਿੱਕਾ ਲਗਾਇਆ। ਗੁਰਗੱਦੀ ਪ੍ਰਾਪਤੀ ਪਿੱਛੋਂ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਪ੍ਰਿਥੀਆ ਜਿਵੇਂ ਬਣਿਆ ਹੀ ਈਰਖਾ ਦਾ ਪੁਤਲਾ ਹੋਵੇ, ਉਹ ਇੱਕ ਤੋਂ ਪਿੱਛੋਂ ਦੂਜੀ ਸਾਜ਼ਿਸ਼ ਕਰੀ ਜਾ ਰਿਹਾ ਸੀ। ਲਾਹੌਰ ਦੇ ਸੂਬੇਦਾਰ ਸੁਲਹੀ ਖਾਨ ਨਾਲ ਵੀ ਪ੍ਰਿਥੀਏ ਨੇ ਗੱਠਜੋੜ ਕਰ ਲਿਆ ਸੀ ਅਤੇ ਸਰਕਾਰੀ ਸਹਾਇਤਾ ਨਾਲ ਗੁਰੂ ਜੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਹਮੇਸ਼ਾ ਵਿਉਂਤਾਂ ਬਣਾਉਂਦਾ ਰਿਹਾ। ਕੁਝ ਦੇਰ ਪਿੱਛੋਂ ਲਾਹੌਰ ਦਾ ਦੀਵਾਨ ਚੰਦੂ ਸ਼ਾਹ ਵੀ ਗੁਰੂ ਅਰਜਨ ਦੇਵ ਜੀ ਨਾਲ ਨਾਰਾਜ਼ ਹੋ ਗਿਆ। ਉਸ ਦੀ ਨਾਰਾਜ਼ਗੀ ਦਾ ਕਾਰਨ ਇਹ ਸੀ ਕਿ ਗੁਰੂ ਜੀ ਨੇ ਉਸ ਦੀ ਪੁੱਤਰੀ ਦਾ ਰਿਸ਼ਤਾ ਆਪਣੇ ਪੁੱਤਰ ਹਰਗੋਬਿੰਦ ਲਈ ਅਪਰਵਾਨ ਕਰ ਦਿੱਤਾ ਸੀ। ਚੰਦੂ ਸ਼ਾਹ ਅਕਬਰ ਦੇ ਜਿਉਂਦੇ ਜੀ ਕੁਝ ਨਾ ਕਰ ਸਕਿਆ, ਪਰ ਜਹਾਂਗੀਰ ਸਮੇਂ ਉਹ ਆਪਣੇ ਉਦੇਸ਼ ਦੇ ਵਿੱਚ ਸਫਲ ਹੋ ਗਿਆ ਸੀ। ਕੱਟੜ ਮੁਸਲਮਾਨ ਵੀ ਗੁਰੂ ਅਰਜਨ ਦੇਵ ਜੀ ਦੇ ਵੈਰੀ ਸਨ ਕਿ ਉਹਨਾਂ ਨੂੰ ਸਿੱਖ ਧਰਮ ਦਾ ਵਿਕਾਸ ਇਸਲਾਮ ਲਈ ਖਤਰਾ ਲੱਗਦਾ ਸੀ। ਬਹੁਤ ਸਾਰੇ ਹਿੰਦੂਆਂ ਤੇ ਮੁਸਲਮਾਨਾਂ ਨੇ ਸਿੱਖ ਧਰਮ ਅਪਣਾਉਣਾ ਸ਼ੁਰੂ ਕਰ ਦਿੱਤਾ ਸੀ। ਕੱਟੜ ਮੁਸਲਮਾਨ ਅਕਬਰ ਦੀ ਉਦਾਰ ਨੀਤੀ ਕਾਰਨ ਸਿੱਖ ਧਰਮ ਦਾ ਕੁਝ ਨਾ ਕਰ ਸਕੇ, ਪਰ ਉਹਨਾਂ ਨੇ ਇਸਲਾਮ ਦੀ ਰੱਖਿਆ ਲਈ ਨਕਸ਼ਬੰਦੀ ਅੰਦੋਲਨ ਚਲਾਇਆ ਸੀ। ਵੱਧ ਰਹੀ ਸਿੱਖ ਧਰਮ ਦੀ ਲੋਕਪ੍ਰਿਯਤਾ ਕੱਟੜ ਬ੍ਰਾਹਮਣਾਂ ਪਾਸੋਂ ਵੀ ਨਾ ਸਹਾਰੀ ਗਈ। ਉਹ ਵੀ ਗੁਰੂ ਅਰਜਨ ਦੇਵ ਜੀ ਵੱਲੋਂ ਲੰਗਰ ਵਿੱਚ ਸਭ ਜਾਤੀਆਂ ਨੂੰ ਸਮਾਨਤਾ ਦੇਣ ਦੇ ਵਿਰੁੱਧ ਸਨ। ਇੰਨੀਆਂ ਔਕੜਾਂ ਦੇ ਹੁੰਦਿਆਂ ਹੋਇਆਂ ਵੀ ਗੁਰੂ ਅਰਜਨ ਦੇਵ ਜੀ ਨੇ ਬਹੁਤ ਲਗਨ, ਯੋਗਤਾ ਅਤੇ ਭਰਪੂਰ ਉਤਸ਼ਾਹ ਨਾਲ ਸਿੱਖ ਧਰਮ ਦੇ ਵਿਕਾਸ ਦਾ ਕੰਮ ਕੀਤਾ। ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ। ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਵਾਇਆ। ਚੌਥੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਅਤੇ ਸੰਤੋਖਸਰ ਦੇ ਸਰੋਵਰਾਂ ਦੀ ਉਸਾਰੀ ਸ਼ੁਰੂ ਕਰਵਾ ਰੱਖੀ ਸੀ, ਪਰ ਉਹਨਾਂ ਦੇ 48 ਸਾਲਾਂ ਦੀ ਆਯੂ ਵਿੱਚ ਜੋਤੀ ਜੋਤ ਸਮਾਉਣ ਦੇ ਕਾਰਨ ਇਹ ਸਰੋਵਰ ਪੂਰੇ ਨਹੀਂ ਸਨ ਹੋ ਸਕੇ। ਬਾਕੀ ਕੰਮ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਭ ਤੋਂ ਵੱਧ ਮਹੱਤਵਪੂਰਨ ਸਿੱਖ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਸਿਰੇ ਚੜਾਉਣ ਲਈ ਪ੍ਰਬੰਧ ਕਰ ਦਿੱਤਾ। ਸਿੱਖਾਂ ਦੇ ਅਥਾਹ ਸਹਿਯੋਗ ਨਾਲ ਅੰਮ੍ਰਿਤਸਰ
ਅਤੇ ਸੰਤੋਖਸਰ ਦੋਹਾਂ ਹੀ ਸਰੋਵਰਾਂ ਦਾ ਕੰਮ ਪੂਰਾ ਹੋ ਗਿਆ। ਇਸ ਹਰਮੰਦਰ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਆਮ ਮੰਦਰਾਂ ਵਾਂਗ ਇਸ ਦਾ ਇੱਕ ਦਰਵਾਜ਼ਾ ਨਹੀਂ ਹੈ, ਸਗੋਂ ਇਸ ਦੀਆਂ ਚਾਰੇ ਦਿਸ਼ਾਵਾਂ ਵਿੱਚ ਇੱਕ ਇੱਕ ਦਰਵਾਜ਼ਾ ਹੈ। ਚਾਰੇ ਪਾਸੇ ਦਰਵਾਜ਼ੇ ਬਣਾਉਣ ਵਿੱਚ ਉਹਨਾਂ ਦਾ ਮੁੱਖ ਉਦੇਸ਼ ਇਹ ਸੀ ਕਿ ਇਹ ਹਰਮੰਦਰ ਇੱਕ ਧਰਮ ਜਾਂ ਜਾਤੀ ਦੇ ਲੋਕਾਂ ਲਈ ਨਹੀਂ ਹੈ, ਸਗੋਂ ਇਹ ਹਰ ਧਰਮ ਦੇ ਲੋਕਾਂ ਅਤੇ ਹਰ ਜਾਤੀ ਦੇ ਲੋਕਾਂ ਲਈ ਹੈ। ਉਹ ਹਰ ਦਿਸ਼ਾ ਨੂੰ ਸਮਾਨ ਅਤੇ ਪਵਿੱਤਰ ਸਮਝਦੇ ਸਨ। ਇਸ ਨਾਲੋਂ ਇਹ ਮਨੁੱਖ ਜਾਤੀ ਅਤੇ ਮਾਨਵਤਾ ਦਾ ਸਾਂਝਾ ਅਸਥਾਨ ਸਥਾਪਿਤ ਹੋ ਗਿਆ। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਿਨਾਂ ਹੋਰ ਵੀ ਕਈ ਨਗਰਾਂ, ਸਰੋਵਰਾਂ ਅਤੇ ਭਵਨਾਂ ਦੀ ਉਸਾਰੀ ਕਰਵਾਈ ਸੀ। ਪ੍ਰਿਥੀਏ ਦੀ ਵਿਰੋਧਤਾ ਸਮੇਂ ਗੁਰੂ ਜੀ ਧਰਮ ਪ੍ਰਚਾਰ ਅਤੇ ਯਾਤਰਾ ਲਈ ਨਿਕਲ ਤੁਰੇ ਸਨ। ਇਸ ਯਾਤਰਾ ਦੇ ਦੌਰਾਨ ਉਹਨਾਂ ਨੇ ਅਨੁਭਵ ਕੀਤਾ ਸੀ ਕਿ ਰਾਵੀ ਅਤੇ ਬਿਆਸ ਦਰਿਆ ਦੇ ਵਿਚਕਾਰ ਕਾਫੀ ਹਿੰਦੂ ਜੱਟ ਨਿਵਾਸ ਕਰਦੇ ਹਨ। ਉਹਨਾਂ ਨੂੰ ਸਿੱਖ ਧਰਮ ਵਿੱਚ ਲਿਆਉਣ ਲਈ ਗੁਰੂ ਅਰਜਨ ਦੇਵ ਜੀ ਨੂੰ ਵਿਚਾਰ ਆਇਆ। ਇਹ ਵੀ ਆਖਿਆ ਜਾਂਦਾ ਹੈ ਕਿ ਆਪ ਮਾਝੇ ਦੇ ਖਾਰਾ ਪਿੰਡ ਵਿੱਚ ਠਹਿਰੇ ਅਤੇ ਉੱਥੇ ਹੀ ਉਹਨਾਂ ਨੇ ਇੱਕ ਸਰੋਵਰ ਦੀ ਖੁਦਵਾਈ ਕਰਵਾਉਣੀ ਸ਼ੁਰੂ ਕਰ ਦਿੱਤੀ। ਇਸ ਨੂੰ ਤਰਨ ਤਾਰਨ ਦਾ ਨਾਮ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ਤਰਨ ਤਾਰਨ ਸਾਹਿਬ ਦੀ ਉਸਾਰੀ ਤੋਂ ਵਿਹਲੇ ਹੋਏ ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਦੁਆਬੇ ਵਿੱਚ ਵੀ ਕੋਈ ਪ੍ਰਚਾਰ ਕੇਂਦਰ ਹੋਣਾ ਚਾਹੀਦਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਉਹਨਾਂ ਨੇ ਜਲੰਧਰ ਦੁਆਬੇ ਵਿੱਚ 1593 ਈਸਵੀ ਨੂੰ ਕਰਤਾਰਪੁਰ ਨਾਮ ਦੇ ਇੱਕ ਨਗਰ ਦੀ ਨੀਂਹ ਰੱਖੀ। ਉੱਥੇ ਇੱਕ ਸਰੋਵਰ ਦੀ ਉਸਾਰੀ ਵੀ ਸ਼ੁਰੂ ਕਰਵਾ ਦਿੱਤੀ, ਜਿਸ ਦਾ ਨਾਮ ਗੰਗਸਰ ਰੱਖਿਆ ਗਿਆ। ਗੁਰੂ ਅਰਜਨ ਦੇਵ ਜੀ ਲਾਹੌਰ ਗਏ ਤਾਂ ਉਹਨਾਂ ਨੇ ਡੱਬੀ ਬਾਜ਼ਾਰ ਵਿੱਚ ਇੱਕ ਬਾਉਲੀ ਬਣਵਾਈ। ਗੁਰੂ ਅਰਜਨ ਦੇਵ ਜੀ ਯਾਤਰਾ ਕਰਦੇ ਕਰਦੇ ਡੇਰਾ ਬਾਬਾ ਨਾਨਕ ਪਹੁੰਚ ਗਏ। ਉੱਥੇ ਉਹਨਾਂ ਨੇ ਬਿਆਸ ਦੇ ਕੰਢੇ ਉੱਤੇ ਆਪਣੇ ਪੁੱਤਰ ਹਰਗੋਬਿੰਦ ਦੇ ਜਨਮ ਦੀ ਖੁਸ਼ੀ ਵਿੱਚ ਹਰਗੋਬਿੰਦਪੁਰ ਨਾਮ ਦੇ ਨਗਰ ਦੀ ਨੀਂਹ ਰੱਖੀ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਕੁਝ ਮੀਲਾਂ ਉੱਤੇ ਪਾਣੀ ਦੀ ਬਹੁਤ ਤਕਲੀਫ ਸੀ। ਉਸ ਨੂੰ ਦੂਰ ਕਰਨ ਲਈ ਆਪ ਨੇ ਉੱਥੇ ਇੱਕ ਖੂਹ ਬਣਵਾਇਆ ਅਤੇ ਉਸ ਉੱਤੇ 6 ਹਲਟ ਲਗਵਾਏ। ਇੱਥੇ ਹੌਲੀ ਹੌਲੀ ਛੇਹਰਟਾ ਨਾਮ ਦਾ ਨਗਰ ਵਸ ਗਿਆ। ਗੁਰੂ ਅਰਜਨ ਦੇਵ ਜੀ ਨੇ ਜਿੱਥੇ ਐਸੇ ਮਹੱਤਵਪੂਰਨ ਸ਼ਹਿਰ ਅਤੇ ਭਵਨ ਉਸਾਰੇ, ਉੱਥੇ ਉਹ ਇੱਕ ਸਫਲ ਸੰਗਠਨਕਰਤਾ ਵੀ ਸਨ। ਉਹਨਾਂ ਨੇ ਆਪਣੇ ਸ਼ਰਧਾਲੂਆਂ ਪਾਸੋਂ ਧਨ ਲੈ ਕੇ ਧਾਰਮਿਕ ਕੰਮਾਂ ਉੱਤੇ ਧਨ ਲਗਾਉਣ ਲਈ ਅਤੇ ਉਹਨਾਂ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਮਸੰਦ ਪ੍ਰਥਾ ਚਲਾਈ। ਮਸੰਦਾਂ ਦੀ ਨਿਯੁਕਤੀ ਗੁਰੂ ਜੀ ਆਪ ਕਰਦੇ ਸਨ। ਇਸ ਲਈ ਸਿੱਖਾਂ ਵਿੱਚ ਮਸੰਦਾਂ ਦਾ ਬਹੁਤ ਉੱਚਾ ਸਥਾਨ ਸਮਝਿਆ ਜਾਂਦਾ ਸੀ। ਗੁਰੂ ਅਰਜਨ ਦੇਵ ਜੀ ਦੁਆਰਾ ਸਿੱਖ ਧਰਮ ਦੇ ਵਿਕਾਸ ਲਈ ਕੀਤੇ ਗਏ ਯਤਨਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਭ ਤੋਂ ਮਹਾਨ ਦੇਣ ਹੈ। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਉਂ ਕੀਤੀ? ਇਸ ਦੇ ਬਹੁਤ ਸਾਰੇ ਕਾਰਨ ਹਨ, ਜਿਵੇਂ ਸਿੱਖਾਂ ਦੇ ਪਥ ਪ੍ਰਦਰਸ਼ਨ ਲਈ ਨਿਯਮਾਂ ਦਾ ਨਿਰਮਾਣ ਕਰਨ ਲਈ, ਸਿੱਖ ਗੁਰੂਆਂ ਦੀਆਂ ਰਚਨਾਵਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ, ਪੰਜਾਬੀ ਭਾਸ਼ਾ ਵਿੱਚ ਧਾਰਮਿਕ ਗ੍ਰੰਥ ਦੀ ਜ਼ਰੂਰਤ ਸੀ, ਗੁਰੂ ਅਮਰਦਾਸ ਜੀ ਦਾ ਹੁਕਮ ਸੀ। ਇਹਨਾਂ ਕਾਰਨਾਂ ਕਰਕੇ ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕੀਤਾ ਕਿ ਸਿੱਖਾਂ ਕੋਲ ਆਪਣਾ ਧਾਰਮਿਕ ਗ੍ਰੰਥ ਜ਼ਰੂਰ ਹੋਣਾ ਚਾਹੀਦਾ ਹੈ, ਜਿਸ ਵਿੱਚ ਪਹਿਲੇ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੋਵੇ। ਇਸ ਸੰਬੰਧ ਵਿੱਚ ਕੁਝ ਕੰਮ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਸ਼ੁਰੂ ਕਰ ਰੱਖਿਆ ਸੀ।
ਗੁਰੂ ਗ੍ਰੰਥ ਸਾਹਿਬ ਦੀ ਸਮੱਗਰੀ ਇਕੱਠਾ ਕਰਨ ਵਿੱਚ ਗੁਰੂ ਜੀ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਨੇ ਉਸ ਸਮੇਂ ਤਾਈਂ ਸਾਰੀ ਬਾਣੀ ਇਕੱਠੀ ਕਰ ਲਈ ਸੀ ਅਤੇ ਸੈਂਚੀਆਂ ਤਿਆਰ ਕਰ ਲਈਆਂ ਸਨ। ਇਸ ਲਈ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਉਹ ਗੁਰਬਾਣੀ ਪ੍ਰਾਪਤ ਕਰਨ ਲਈ ਸੋਚਿਆ ਜਿਹੜੀ ਬਾਬਾ ਮੋਹਨ ਜੀ ਪਾਸ ਪਈ ਸੀ। ਇਸ ਉਦੇਸ਼ ਦੀ ਪੂਰਤੀ ਲਈ ਗੁਰੂ ਅਰਜਨ ਦੇਵ ਜੀ ਨੇ ਆਪਣੇ ਬਹੁਤ ਹੀ ਪਿਆਰੇ ਸ਼ਰਧਾਲੂ ਸਿੱਖ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਨੂੰ ਵਾਰੀ-ਵਾਰੀ ਬਾਬਾ ਮੋਹਨ ਜੀ ਪਾਸ ਸੈਂਚੀਆਂ ਦੀ ਪ੍ਰਾਪਤੀ ਲਈ ਭੇਜਿਆ ਸੀ, ਪਰ ਉਹਨਾਂ ਨੂੰ ਕੋਈ ਸਫਲਤਾ ਨਾ ਮਿਲੀ। ਅੰਤ ਗੁਰੂ ਅਰਜਨ ਦੇਵ ਜੀ ਨੰਗੀ ਪੈਰੀ ਬਾਬਾ ਮੋਹਨ ਜੀ ਪਾਸ ਗੋਇੰਦਵਾਲ ਸਾਹਿਬ ਪਹੁੰਚ ਗਏ। ਬਾਬਾ ਮੋਹਨ ਜੀ ਦੀ ਸਮਾਧੀ ਲੱਗੀ ਹੋਈ ਸੀ। ਉਹਨਾਂ ਨੇ ਵੀ ਬਾਬਾ ਮੋਹਨ ਜੀ ਨੂੰ ਬਹੁਤ ਆਵਾਜ਼ਾਂ ਮਾਰੀਆਂ, ਪਰ ਉਹਨਾਂ ਦੀ ਅੰਦਰੋਂ ਕੋਈ ਆਵਾਜ਼ ਨਾ ਆਈ। ਇਸ ਉੱਤੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਮੋਹਨ ਜੀ ਨੂੰ ਸੰਬੋਧਨ ਕਰਕੇ ਆਖਿਆ ਸੀ, ਮੋਹਨ ਤੇਰੇ ਉੱਚੇ ਮੰਦਰ ਮਹਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ, ਜਿਉ ਸੰਤ ਧਰਮਸ਼ਾਲਾ, ਧਰਮਸ਼ਾਲਾ ਅਪਾਰ ਦੁਆਰ ਠਾਕੁਰ, ਸਦਾ ਕੀਰਤਨ ਗਾਵੇ। ਜੈ ਸਾਧ ਸੰਤ ਇਕੱਤਰ ਹੋਵੈ, ਤਹਾਂ ਤੁਝੇ ਧਿਆਵੇ। ਕਰ ਦਇਆ ਮਾਇਆ ਦਇਆਲ ਸੁਆਮੀ, ਹੋਹੁ ਦੀਨ ਕਿਰਪਾਲਾ। ਬਿਨਵੰਤ ਨਾਨਕ ਦਰਸ ਪਿਆਸੇ, ਮਿਲ ਦਰਸ਼ਨ ਸੁਖ ਸਾਰਾ। ਇਹ ਸ਼ਬਦ ਸੁਣਦੇ ਸਾਰ ਹੀ ਬਾਬਾ ਮੋਹਨ ਨੇ ਦਰਵਾਜ਼ਾ ਖੋਲ੍ਹ ਦਿੱਤਾ। ਉਹ ਗੁਰੂ ਅਰਜਨ ਦੇਵ ਜੀ ਦੀ ਨਿਮਰਤਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਗੁਰੂ ਅਰਜਨ ਦੇਵ ਜੀ ਨੂੰ ਬਾਣੀ ਦੀਆਂ ਸੈਂਚੀਆਂ ਦੇ ਦਿੱਤੀਆਂ। ਸਾਰੀ ਸਮੱਗਰੀ ਇਕੱਠੀ ਕਰਨ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਨ ਕਰਨ ਲਈ ਇੱਕ ਇਕਾਂਤ ਥਾਂ ਲੱਭੀ, ਜਿੱਥੇ ਕੁਦਰਤ ਰਾਣੀ ਦਾ ਰਾਜ ਸੀ। ਆਲੇ ਦੁਆਲੇ ਜੰਡਾਂ, ਕਰੀਰਾਂ, ਟਾਹਲੀਆਂ ਅਤੇ ਪਿੱਪਲਾਂ ਦੀ ਮਿੱਠੀ ਸ਼ੀਤਲ ਛਾਂ ਸੀ। ਗੁਰੂ ਜੀ ਨੇ ਉੱਥੇ ਆਪਣੇ ਰਬਾਬੀਆਂ ਲਈ, ਪੱਟਾਂ ਲਈ ਅਤੇ ਸਹਾਇਤਾ ਕਰਨ ਆਏ ਸੰਤਾਂ ਫਕੀਰਾਂ ਲਈ ਤੰਬੂ ਲਗਵਾ ਲਏ। ਉਹਨਾਂ ਨੇ ਉੱਥੇ ਇੱਕ ਤਲਾਅ ਵੀ ਬਣਵਾ ਲਿਆ, ਜਿਸ ਦਾ ਨਾਮ ਉਹਨਾਂ ਨੇ ਰਾਮਸਰ ਰੱਖਿਆ। ਗੁਰੂ ਜੀ ਨੇ ਇਸ ਤਲਾਅ ਦੇ ਕਿਨਾਰੇ ਇੱਕ ਪਿੱਪਲ ਹੇਠ ਤੰਬੂ ਵਿੱਚ ਬੈਠ ਕੇ ਬਾਣੀ ਨੂੰ ਸੋਧਿਆ ਅਤੇ ਫਿਰ ਉਹ ਲਿਖਵਾਉਂਦੇ ਗਏ ਅਤੇ ਭਾਈ ਗੁਰਦਾਸ ਜੀ ਲਿਖਦੇ ਗਏ। ਇਸ ਕੰਮ ਵਿੱਚ ਕਾਫੀ ਸਮਾਂ ਲੱਗ ਗਿਆ। ਅਤਿਅੰਤ ਮਿਹਨਤ ਪਿੱਛੋਂ 1604 ਈਸਵੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋ ਗਈ ਅਤੇ ਉਸ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸਥਾਪਿਤ ਕੀਤਾ ਗਿਆ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ। ਸਿੱਖਾਂ ਨੂੰ ਆਗਿਆ ਦਿੱਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੀ ਪ੍ਰਮਾਣਿਕ ਪ੍ਰਵਾਨ ਕਰਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜਾਂ ਆਦਿ ਗ੍ਰੰਥ ਦੀ ਰਚਨਾ ਵਿੱਚ ਕੇਵਲ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਹੀ ਨਹੀਂ, ਸਗੋਂ ਇਸ ਵਿੱਚ ਹੋਰ ਕਈ ਭਗਤਾਂ, ਫਕੀਰਾਂ ਅਤੇ ਉਪਦੇਸ਼ਕਾਂ ਦੇ ਬਚਨ ਅਤੇ ਰਚਨਾਵਾਂ ਵੀ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ 974 ਜਾਂ 976 ਸ਼ਬਦ, ਗੁਰੂ ਅੰਗਦ ਦੇਵ ਜੀ ਦੇ 62, ਗੁਰੂ ਅਮਰਦਾਸ ਜੀ ਦੇ 907, ਗੁਰੂ ਰਾਮਦਾਸ ਜੀ ਦੇ 679 ਅਤੇ ਗੁਰੂ ਅਰਜਨ ਦੇਵ ਜੀ ਦੇ 2216 ਸ਼ਬਦ ਹਨ। ਇਸ ਤਰ੍ਹਾਂ ਗੁਰੂ ਸਾਹਿਬਾਨ ਵਿੱਚੋਂ ਸਭ ਤੋਂ ਵੱਧ ਰਚਨਾ ਗੁਰੂ ਅਰਜਨ ਦੇਵ ਜੀ ਦੀ ਹੈ, ਜਿਨ੍ਹਾਂ ਇਸ ਗ੍ਰੰਥ ਦੀ ਸੰਪਾਦਨਾ ਕੀਤੀ ਸੀ। ਗੁਰੂ ਅਰਜਨ ਦੇਵ ਜੀ ਦੀ ਪ੍ਰਸਿੱਧ ਰਚਨਾ ਸੁਖਮਨੀ ਸਾਹਿਬ ਵੀ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਇਹਨਾਂ ਰਚਨਾਵਾਂ ਤੋਂ ਬਿਨਾਂ ਪਿੱਛੋਂ ਇਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ
116 ਸ਼ਬਦ ਵੀ ਸ਼ਾਮਲ ਕਰ ਦਿੱਤੇ ਗਏ ਸਨ। ਗੁਰੂ ਸਾਹਿਬਾਨ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਿੰਦੂ ਅਤੇ ਮੁਸਲਮਾਨ ਭਗਤਾਂ ਦੀ ਬਾਣੀ ਵੀ ਦਰਜ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭੱਟਾਂ ਦੀਆਂ ਰਚਨਾਵਾਂ ਸਵਈਏ ਵੀ ਦਿੱਤੇ ਹਨ। ਇਸ ਤੋਂ ਇਲਾਵਾ ਸੱਤੇ ਤੇ ਬਲਵੰਡੇ ਦੀ ਵਾਰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਦਾ ਸ਼ੁਰੂ ਜਪਜੀ ਸਾਹਿਬ ਨਾਲ ਹੁੰਦਾ ਹੈ। ਜਪਜੀ ਸਾਹਿਬ ਮੂਲ ਮੰਤਰ ਨਾਲ ਆਰੰਭ ਹੁੰਦਾ ਹੈ। ਹਰ ਰਾਗ ਵਿੱਚ ਬਾਣੀ ਦੀ ਵਿਉਂਤ ਤਰਤੀਬਵਾਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਤ ਮੁਦਾਵਣੀ ਛੋਟੀ ਜਿਹੀ ਬਾਣੀ ਨਾਲ ਹੋ ਜਾਂਦਾ ਹੈ। ਸਭ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਸ਼ਬਦ ਦੇ ਅੰਤ ਵਿੱਚ ਨਾਨਕ ਨਾਂ ਆਉਂਦਾ ਹੈ। ਜਿਹੜੇ ਗੁਰੂ ਦਾ ਜਿਹੜਾ ਸ਼ਬਦ ਹੈ ਕੇਵਲ ਸ਼ੁਰੂ ਵਿੱਚ ਲਿਖੇ ਗਏ ਸ਼ਬਦ ਮਹੱਲਾ ਤੋਂ ਪਤਾ ਲੱਗਦਾ ਹੈ। ਜਿਵੇਂ ਸ਼ਲੋਕ ਮਹੱਲਾ ਪੰਜਵਾਂ, ਭਾਵ ਇਹ ਸ਼ਲੋਕ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਲਿਖਿਆ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਰ ਪੱਖੋਂ ਬਹੁਤ ਮਹੱਤਤਾ ਹੈ। ਇਤਿਹਾਸਿਕ, ਧਾਰਮਿਕ ਅਤੇ ਸਾਹਿਤਿਕ ਪੱਖ ਤੋਂ ਇਹ ਅਦੁੱਤੀ ਰਚਨਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੇ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਬਾਣੀ ਰਚੀ। ਗੁਰੂ ਜੀ ਦੀ ਬਾਣੀ ਬਾਕੀ ਸਭ ਗੁਰੂ ਸਾਹਿਬਾਂ ਤੋਂ ਵਧੇਰੇ ਹੈ। ਸੁਖਮਨੀ ਸਾਹਿਬ 12 ਮਾਹ 52 ਅੱਖਰੀ, ਪੈਰੇ, ਦਿਨ ਰੈਣ, ਜੈਤਸਰੀ ਦੀ ਵਾਰ, ਥਿੱਤੀ, ਸੋਲੇ, ਬਿਰਹੜੇ, ਸ਼ਲੋਕ, ਸਹਿਸਕ੍ਰਿਤੀ, ਗਾਥਾ, ਫੁਨਹੇ ਆਦਿ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ। ਸੁਖਮਨੀ ਸਾਹਿਬ ਸਿੱਖਾਂ ਵਿੱਚ ਹਰਮਨ ਪਿਆਰੀਆਂ ਬਾਣੀਆਂ ਵਿੱਚੋਂ ਇੱਕ ਹੈ। ਸੁਖਮਨੀ ਸਾਹਿਬ ਗੌੜੀ ਰਾਗ ਵਿੱਚ ਦਰਜ ਹੈ। ਇਹ ਇੱਕ ਦਾਰਸ਼ਨਿਕ ਅਤੇ ਅਧਿਆਤਮਿਕ ਕਾਵਿ ਹੈ। ਇਸ ਵਿੱਚ ਗੁਰਮਤਿ ਦੇ 94 ਸਿਧਾਂਤਾਂ ਦੀ ਵਿਆਖਿਆ ਕੀਤੀ ਗਈ ਹੈ। ਪਹਿਲੀ ਅਸ਼ਟਪਦੀ ਸਿਮਰਨ ਸੰਬੰਧੀ ਹੈ ਅਤੇ ਦੂਜੀ ਨਾਮ ਸੰਬੰਧੀ। ਹਰ ਅਸ਼ਟਪਦੀ ਦਾ ਸਮੁੱਚਾ ਭਾਵ ਦਿੱਤਾ ਗਿਆ ਹੈ। ਹਰ ਅਸ਼ਟਪਦੀ ਵਿੱਚ 10-10 ਤੁਕਾਂ ਹਨ। ਨਾਮ ਸਿਮਰਨ, ਉਪਦੇਸ਼, ਕਰਮ ਕਾਂਡ ਦੀ ਨਿਖੇਧੀ, ਸੰਤ, ਸਾਧ ਅਤੇ ਬ੍ਰਹਮ ਗਿਆਨੀ ਦੀ ਉਪਮਾ, ਸੰਸਾਰ ਰਚਨਾ ਵਿੱਚ ਭਿੰਨਤਾ, ਰਚਨਾ ਤੋਂ ਪਹਿਲਾਂ ਦੀ ਸਥਿਤੀ ਅਤੇ ਸਤਿਗੁਰੂ ਦੀ ਮਹਾਨਤਾ ਆਦਿ ਅਸ਼ਟਪਦੀਆਂ ਦੇ ਭਿੰਨ-ਭਿੰਨ ਵਿਸ਼ੇ ਹਨ। ਸੁਖਮਨੀ ਸਾਹਿਬ ਦਾ ਕੇਂਦਰੀ ਭਾਵ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਗੁਰੂ ਅਰਜਨ ਦੇਵ ਜੀ ਦੀ ਮਹਾਨ ਰਚਨਾ 12 ਮਾਹ ਵੀ ਹੈ ਜੋ ਮਾਝ ਰਾਗ ਵਿੱਚ ਦਰਜ ਹੈ। ਸਿੱਖਾਂ ਵਿੱਚ ਗੁਰੂ ਅਰਜਨ ਦੇਵ ਜੀ ਦੀਆਂ ਬਾਣੀਆਂ ਵਿੱਚੋਂ ਸੁਖਮਨੀ ਸਾਹਿਬ ਤੋਂ ਪਿੱਛੋਂ 12 ਮਾਹ ਦੀ ਮਹੱਤਤਾ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦਾ ਰਾਗ ਤੁਖਾਰੀ ਵਾਲਾ 12 ਮਾਹ ਪ੍ਰੇਮਾਤਮਿਕ ਸੀ, ਪਰ ਗੁਰੂ ਅਰਜਨ ਦੇਵ ਜੀ ਦਾ ਲਿਖਿਆ ਹੋਇਆ 12 ਮਾਹ ਉਪਦੇਸ਼ਾਤਮਿਕ ਹੈ। ਹਰ ਮਹੀਨੇ ਉੱਤੇ ਇੱਕ ਕਾਵਿ ਬੰਦ ਲਿਖਿਆ ਗਿਆ ਹੈ। ਆਰੰਭ ਅਤੇ ਅੰਤ ਵਿੱਚ ਇੱਕ ਬੰਦ ਵਾਧੂ ਹੈ। ਹਰ ਮਹੀਨੇ ਵਿੱਚ ਜੀਵ ਇਸਤਰੀ ਨੂੰ ਕੁਝ ਨਾ ਕੁਝ ਉਪਦੇਸ਼ ਦਿੱਤਾ ਗਿਆ ਹੈ। ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਪ੍ਰਭੂ ਭਗਤੀ, ਗੁਰੂ ਦੀ ਸਿਫਤ ਸਲਾਹ, ਸਾਧ ਸੰਗਤ ਦੀ ਮਹਾਨਤਾ, ਸੇਵਾ ਦੀ ਵਡਿਆਈ, ਨਿਮਰਤਾ ਅਤੇ ਭਾਣਾ ਮੰਨਣ 'ਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ। ਗੁਰੂ ਜੀ ਅਨੁਸਾਰ ਸਾਰੀ ਸ੍ਰਿਸ਼ਟੀ ਦਾ ਪਸਾਰਾ ਉਸ ਨਿਰੰਕਾਰ ਤੋਂ ਹੋਇਆ ਹੈ। ਉਸ ਨੇ ਹਰ ਇੱਕ ਨੂੰ ਆਪਣੇ ਭਾਣੇ ਅਨੁਸਾਰ ਭਿੰਨ ਭਿੰਨ ਕੰਮਾਂ ਵਿੱਚ ਲਾਇਆ ਹੋਇਆ ਹੈ।
ਗੁਰੂ ਜੀ ਅਨੁਸਾਰ ਜੀਵ ਦਾ ਮੁੱਖ ਮੰਤਵ ਇਸ ਦੁਰਲੱਭ ਦੇਹੀ ਦਾ ਉਧਾਰ ਕਰਨਾ ਹੈ। ਇਸ ਲਈ ਜੀਵ ਨੂੰ ਗੁਰੂ ਧਾਰਨ ਕਰਕੇ ਉਸ ਦੀ ਸਿੱਖਿਆ ਨੂੰ ਅਪਣਾਉਣਾ, ਨਾਮ ਜਪਣਾ, ਸਾਧੂ ਸੰਗਤ ਕਰਨੀ, ਦਾਨ ਦੇਣਾ ਅਤੇ ਉੱਦਮ ਕਰਨਾ ਚਾਹੀਦਾ ਹੈ। ਆਪ ਦੀ ਬਾਣੀ ਵਿੱਚੋਂ ਉਸ ਸਮੇਂ ਦੀ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸਥਿਤੀ ਬਾਰੇ ਵੀ ਸੰਕੇਤ ਮਿਲਦੇ ਹਨ। ਗੁਰੂ ਨਾਨਕ ਦੇਵ ਜੀ ਵਾਂਗ ਆਪ ਨੇ ਵੀ ਆਪਣੀ ਰਚਨਾ ਵਿੱਚ ਕੁਦਰਤ ਨੂੰ ਚਿਤਰਿਆ ਹੈ ਅਤੇ ਕੁਦਰਤ ਵਿੱਚੋਂ ਕਾਦਰ ਦਾ ਜਲਵਾ ਦੇਖਿਆ ਹੈ। ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਵਲਵਲੇ ਦੀ ਬਹੁਲਤਾ ਹੈ। ਇਸ ਵਿੱਚ ਪ੍ਰਭੂ ਪਿਆਰ ਦੀ ਅੱਗ ਭਖਦੀ ਹੋਈ ਪ੍ਰਤੱਖ ਦਿਸਦੀ ਹੈ। ਆਪ ਦੀ ਰਚਨਾ ਦੀ ਬੋਲੀ ਸਾਦੀ ਤੇ ਰਸ ਭਰੀ ਹੈ। ਇਸ ਵਿੱਚ ਕਈ ਬੋਲੀਆਂ ਦਾ ਰੰਗ ਮਿਲਦਾ ਹੈ। ਗੁਰੂ ਅਰਜਨ ਦੇਵ ਜੀ ਨੇ ਬਹੁਤ ਸਾਰੇ ਨਵੇਂ ਸ਼ਬਦ ਘੜੇ ਹਨ। ਉਹਨਾਂ ਨੇ ਸੰਸਕ੍ਰਿਤ ਧਾਤੂਆਂ ਤੋਂ ਪੰਜਾਬੀ ਕਿਰਿਆਵਾਂ ਬਣਾਉਣ ਦੀ ਨਵੀਂ ਲੀਹ ਤੋਰੀ। ਆਪ ਨੇ ਵਧੇਰੇ ਕਰਕੇ ਘਰੋਗੀ ਜੀਵਨ ਅਤੇ ਕੁਦਰਤ ਵਿੱਚੋਂ ਅਲੰਕਾਰ ਲਏ ਹਨ। ਭਾਵੇਂ ਆਪ ਦੀ ਰਚਨਾ ਵਿੱਚ ਸਾਰੇ ਰਸ ਮੌਜੂਦ ਹਨ, ਪਰ ਗੁਰੂ ਅਰਜਨ ਦੇਵ ਜੀ ਦੀ ਰਚਨਾ ਦੇ ਵਿੱਚ ਪ੍ਰਧਾਨ ਸ਼ਾਂਤ ਰਸ ਹੈ। ਸੁਖਮਨੀ ਸਾਹਿਬ ਸ਼ਾਂਤ ਰਸ ਦਾ ਵਧੀਆ ਨਮੂਨਾ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ੈਲੀ ਇੰਨੀ ਪੱਕੀ ਹੋਈ ਅਤੇ ਜਾਨਦਾਰ ਹੈ ਕਿ ਆਪ ਦੀਆਂ ਬਹੁਤ ਸਾਰੀਆਂ ਤੁਕਾਂ ਅਖਾਣਾਂ ਬਣ ਗਈਆਂ ਹਨ। ਆਪ ਜੀ ਦੀ ਸ਼ੈਲੀ ਵਿਸਥਾਰਮਈ ਹੈ। ਸ਼ਬਦਾਂ ਦੀ ਦੁਹਰਾਈ ਉਸ ਵਿੱਚ ਵਿਸ਼ੇਸ਼ ਰਸ ਪੈਦਾ ਕਰਦੀ ਹੈ। ਗੁਰੂ ਅਰਜਨ ਦੇਵ ਜੀ ਨੇ ਆਪਣੀ ਰਚਨਾ ਵਿੱਚ ਬਹੁਤ ਸਾਰੇ ਕਾਵ ਭੇਦਾਂ, 52 ਅੱਖਰੀ, ਥਿੱਤੀ, 12ਮਾਹ, ਵਾਰ, ਕਾਫੀ, ਫੁਨਹੇ, ਅਲਾਹੁਣੀ ਅਤੇ ਗਾਥਾ ਨੂੰ ਵਰਤਿਆ ਹੈ। ਛੰਦਾਂ ਵਿੱਚੋਂ ਵਧੇਰੇ ਕਰਕੇ ਦੋਹਰਾ, ਚੌਪਈ, ਸੋਰਠਾ, ਸਵਈਆ, ਝੂਲਣਾ ਅਤੇ ਸਿਰਖੰਡੀ ਛੰਦ ਆਦਿ ਦੀ ਵਰਤੋਂ ਕੀਤੀ ਹੈ। ਆਪ ਨੇ ਰਾਗਾਂ ਦੀ ਲੋੜ ਅਨੁਸਾਰ ਛੰਦਾਂ ਦੇ ਬੰਧਨਾਂ ਤੋਂ ਖੁੱਲ੍ਹ ਵੀ ਲਈ ਹੈ। ਸਮੁੱਚੇ ਤੌਰ 'ਤੇ ਗੁਰੂ ਅਰਜਨ ਦੇਵ ਜੀ ਪੰਜਾਬੀ ਸਾਹਿਤ ਦੇ ਮਹਾਨ ਉਸਰੀਏ ਸਨ। ਆਪ ਮਹਾਨ ਕਵੀ, ਸੰਗੀਤਾਚਾਰੀਆ, ਭਵਨ ਨਿਰਮਾਤਾ ਅਤੇ ਸੰਪਾਦਕ ਸਨ। ਜਹਾਂਗੀਰ ਦੇ ਤਖਤ ਉੱਤੇ ਬੈਠਦਿਆਂ ਹੀ ਮੁਗਲ ਬਾਦਸ਼ਾਹ ਅਤੇ ਗੁਰੂ ਜੀ ਦੇ ਸਬੰਧ ਵਿਗੜਨੇ ਸ਼ੁਰੂ ਹੋ ਗਏ ਸਨ। ਹੌਲੀ ਹੌਲੀ ਉਹ ਸਾਰੀ ਮਿੱਤਰਤਾ ਅਤੇ ਸੁਹਿਰਦਤਾ ਜੋ ਅਕਬਰ ਦੇ ਰਾਜਕਾਲ ਵਿੱਚ ਬਣੀ ਸੀ ਖਤਮ ਹੋ ਗਈ। ਮੁਗਲਾਂ ਅਤੇ ਸਿੱਖਾਂ ਦੇ ਸਬੰਧ ਵਿਗੜਨ ਕਾਰਨ ਹੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਸੀ। ਉਹਨਾਂ ਨੂੰ ਤੱਤੀ ਤਵੀ ਉੱਤੇ ਬਿਠਾ ਕੇ ਉੱਤੇ ਤੱਤੀ ਰੇਤ ਪਾਈ ਗਈ ਸੀ। ਫਿਰ ਉਹਨਾਂ ਨੂੰ ਉਬਲਦੇ ਪਾਣੀ ਵਿੱਚ ਉਬਾਲ ਦਿੱਤਾ ਗਿਆ। ਉਹਨਾਂ ਦਾ ਸਰੀਰ ਛਾਲੇ ਛਾਲੇ ਹੋ ਗਿਆ ਤਾਂ ਗੁਰੂ ਜੀ ਨੇ ਜਲਾਦਾਂ ਪਾਸੋਂ ਰਾਵੀ ਵਿੱਚ ਇਸ਼ਨਾਨ ਕਰਨ ਦੀ ਆਗਿਆ ਮੰਗੀ ਅਤੇ ਦਰਿਆ ਵਿੱਚ ਹੀ ਸਰੀਰ ਤਿਆਗ ਦਿੱਤਾ। ਇਹ ਸ਼ਹੀਦੀ 30 ਮਈ 1606 ਈਸਵੀ ਨੂੰ ਲਾਹੌਰ ਵਿਖੇ ਹੋਈ ਸੀ। ਇਹ ਸੀ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਕਾਵਿ ਰਚਨਾ ਬਾਰੇ। ਇਸ ਤਰ੍ਹਾਂ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਅੰਦੋਲਨ ਨੂੰ ਇੱਕ ਨਵਾਂ ਮੋੜ ਅਤੇ ਇੱਕ ਨਵੀਂ ਸੇਧ ਦਿੱਤੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖਾਂ ਨੇ ਏਕਤਾ, ਸੰਗਠਨਤਾ ਅਤੇ ਸ਼ਸਤਰ ਧਾਰਨ ਦੀ ਨੀਤੀ ਨੂੰ ਅਪਣਾ ਲਿਆ ਸੀ। ਧੰਨਵਾਦ।